ਅੱਜ ਆਓ ਅਸੀਂ ਅਦਨ ਦਾ ਇਤਿਹਾਸ ਅਤੇ ਪਵਿੱਤਰ ਆਤਮਾ ਦੇ ਯੁੱਗ ਵਿੱਚ ਮੁਕਤੀਦਾਤਾ ਇਸ ਸਿਰਲੇਖ ਨਾਲ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰੀਏ। ਅਦਨ ਦੇ ਬਾਗ ਵਿੱਚ ਆਦਮ ਅਤੇ ਹਵਾ ਦੀ ਕਹਾਣੀ ਨੂੰ ਨਾ ਸਿਰਫ ਉਹ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਜੋ ਪਰਮੇਸ਼ਵਰ ਤੇ ਵਿਸ਼ਵਾਸ ਕਰਦੇ ਹਨ, ਬਲਕਿ ਉਹ ਲੋਕ ਵੀ ਜਾਣਦੇ ਹਨ ਜੋ ਵਿਸ਼ਵਾਸ ਨਹੀਂ ਕਰਦੇ, ਹੈ ਨਾ। ਅਦਨ ਵਿੱਚ ਜੋ ਹੋਇਆ ਉਸ ਨੂੰ ਸਮਝੇ ਬਿਨਾਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਬਾਈਬਲ ਨੂੰ ਸਮਝਦੇ ਹਾਂ। ਇਸ ਤਰ੍ਹਾਂ ਇਸ ਲਈ ਹੈ ਕਿਉਂਕਿ ਅਦਨ ਦੇ ਬਾਗ ਵਿੱਚ ਪਰਮੇਸ਼ਵਰ ਨੇ ਕੀਮਤੀ ਖਜ਼ਾਨੇ ਲੁਕਾਏ ਹਨ ਜੋ ਸਾਨੂੰ ਇੱਕ ਮਹੱਤਵਪੂਰਨ ਸੱਚਾਈ ਨੂੰ ਸਮਝਣ ਵਿੱਚ ਮਦਦ ਕਰਦੇ ਹਨ। ਅੱਜ ਆਓ ਅਸੀਂ ਇਸ ਸੱਚਾਈ ਬਾਰੇ ਇਕੱਠੇ ਅਧਿਐਨ ਕਰਨ ਦੇ ਲਈ ਕੁਝ ਸਮਾਂ ਲਈਏ। ਇਸ ਤਰ੍ਹਾਂ ਦਾ ਕੋਈ ਨਹੀਂ ਹੈ ਜੋ ਮਰਨ ਦੇ ਲਈ ਤਿਆਰ ਹੋਵੇ, ਭਾਵੇਂ ਅਹੁਦਾ ਜਾਂ ਪਦਵੀ ਜੋ ਵੀ ਹੋਵੇ, ਜਵਾਨ ਅਤੇ ਬੁੱਢਾ ਹੋਵੇ। ਹਰ ਕੋਈ ਹਰ ਤਰ੍ਹਾਂ ਨਾਲ ਮੌਤ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ। ਹਾਲਾਂਕਿ ਅਸਲ ਵਿੱਚ ਸਾਰੀ ਮਨੁੱਖ ਜਾਤੀ ਦਾ ਕੀ ਹੋਵੇਗਾ? ਕੋਈ ਵੀ ਮੌਤ ਤੋਂ ਨਹੀਂ ਬਚ ਸਕਦਾ। ਮਨੁੱਖ ਜਾਤੀ ਦੀ ਮੌਤ ਕਿੱਥੋਂ ਸ਼ੁਰੂ ਹੋਈ? ਇਸ ਦੀ ਸ਼ੁਰੂਆਤ ਅਦਨ ਦੇ ਬਾਗ ਤੋਂ ਹੋਈ ਹੈ। ਜੇਕਰ ਮਨੁੱਖ ਜਾਤੀ ਦੀ ਮੌਤ ਅਦਨ ਦੇ ਬਾਗ ਤੋਂ ਸ਼ੁਰੂ ਹੋਈ ਹੈ, ਤਦ ਅਸੀਂ ਇਸ ਦਾ ਹੱਲ ਕਿੱਥੋਂ ਪਾ ਸਕਦੇ ਹਾਂ? ਸਾਰੀਆਂ ਚੀਜ਼ਾਂ ਬਾਰੇ ਕਹੀਏ ਤਦ ਜਿੱਥੇ ਸਮੱਸਿਆ ਹੈ ਉੱਥੇ ਹੀ ਹੱਲ ਹੈ। ਜਦੋਂ ਕੋਈ ਦੁਰਘਟਨਾ ਹੁੰਦੀ ਹੈ ਤਦ ਜਾਂਚ ਕਰਨ ਵਾਲੇ ਮਾਮਲੇ ਨੂੰ ਸੁਲਝਾਉਣ ਦੇ ਲਈ ਦੁਰਘਟਨਾ ਵਾਲੀ ਜਗ੍ਹਾ ਤੇ ਜਾਂਦੇ ਹਨ। ਉਸੇ ਤਰ੍ਹਾਂ ਕਿਉਂਕਿ ਮੌਤ ਦੀ ਸ਼ੁਰੂਆਤ ਅਦਨ ਦੇ ਬਾਗ ਵਿੱਚੋਂ ਹੋਈ, ਤਦ ਅਸੀਂ ਜੀਵਨ ਦਾ ਭੇਤ ਵੀ ਉਤੋਂ ਹੀ ਜਾਣ ਸਕਦੇ ਹਾਂ। ਅੱਜ ਆਓ ਅਸੀਂ ਅਦਨ ਦੇ ਬਾਗ ਵਿੱਚੋਂ ਹੱਲ ਲੱਭਣ ਦੇ ਲਈ ਕੁਝ ਸਮਾਂ ਲਈਏ। ਆਓ ਅਸੀਂ ਅਦਨ ਦੇ ਬਾਗ ਵਿੱਚ ਭੇਤ ਨੂੰ ਸਮਝੀਏ ਅਤੇ ਪਰਮੇਸ਼ਵਰ ਬਾਰੇ ਸਾਖੀ ਲੱਭੀਏ ਜੋ ਪਵਿੱਤਰ ਆਤਮਾ ਦੇ ਯੁੱਗ ਵਿੱਚ ਸਾਡੇ ਮੁਕਤੀਦਾਤੇ ਦੇ ਰੂਪ ਵਿੱਚ ਆਉਣਗੇ। ਆਓ ਅਸੀਂ ਮੱਤੀ ਅਧਿਆਇ 13 ਵਚਨ 34 ਤੇ ਇੱਕ ਨਜ਼ਰ ਪਾਈਏ। ਇਹ ਸਾਰੀਆਂ ਗੱਲਾਂ ਯੀਸ਼ੂ ਨੇ ਲੋਕਾਂ ਨੂੰ ਦ੍ਰਿਸ਼ਟਾਂਤਾਂ ਵਿੱਚ ਸੁਣਾਈਆਂ ਅਤੇ ਬਿਨਾਂ ਦ੍ਰਿਸ਼ਟਾਂਤ ਉਹ ਉਹਨਾਂ ਨਾਲ ਨਹੀਂ ਸੀ ਬੋਲਦਾ, ਤਾਂ ਜਿਹੜਾ ਬਚਨ ਨਬੀ ਨੇ ਆਖਿਆ ਸੀ ਉਹ ਪੂਰਾ ਹੋਵੇ ਕਿ ਮੈਂ ਦ੍ਰਿਸ਼ਟਾਂਤਾਂ ਵਿੱਚ ਆਪਣਾ ਮੂੰਹ ਖੋਲਾਂਗਾ, ਮੈਂ ਉਹਨਾਂ ਗੱਲਾਂ ਨੂੰ ਉਚਾਰਾਂਗਾ ਜਿਹੜੀਆਂ ਸੰਸਾਰ ਦੇ ਮੁੱਢੋਂ ਗੁਪਤ ਰਹੀਆਂ ਹਨ। ਕਾਫੀ ਪ੍ਰਕਾਰ ਦੇ ਦ੍ਰਿਸ਼ਟਾਂਤਾਂ ਦੇ ਨਾਲ ਯੀਸ਼ੂ ਨੇ ਆਪਣੇ ਚੇਲਿਆਂ ਨੂੰ ਸਿੱਖਿਆ ਦਿੱਤੀ ਅਤੇ ਕਿਹਾ, ਮੈਂ ਦ੍ਰਿਸ਼ਟਾਂਤਾਂ ਵਿੱਚ ਆਪਣਾ ਮੂੰਹ ਖੋਲਾਂਗਾ, ਮੈਂ ਉਹਨਾਂ ਗੱਲਾਂ ਨੂੰ ਉਚਾਰਾਂਗਾ ਜਿਹੜੀਆਂ ਸੰਸਾਰ ਦੇ ਮੁੱਢੋਂ ਗੁਪਤ ਰਹੀਆਂ ਹਨ। ਬਾਈਬਲ ਦੀਆਂ 66 ਕਿਤਾਬਾਂ ਵਿੱਚੋਂ ਕਿਸ ਕਿਤਾਬ ਵਿੱਚ ਜਗਤ ਦੀ ਉਤਪਤ ਬਾਰੇ ਸਾਖੀ ਹੈ? ਇਹ ਉਤਪਤ ਦੀ ਕਿਤਾਬ ਹੈ। ਉਤਪਤ ਦੀ ਕਿਤਾਬ ਵਿੱਚ ਕਾਫੀ ਭੇਤ ਹਨ ਜੋ ਪਰਮੇਸ਼ਵਰ ਮਨੁੱਖ ਜਾਤੀ ਦੇ ਲਈ ਪ੍ਰਗਟ ਕਰਨਾ ਚਾਹੁੰਦੇ ਸੀ। ਉਤਪਤ ਵਿੱਚ ਕਾਫੀ ਦ੍ਰਿਸ਼ਟਾਂਤਾਂ ਵਿੱਚੋਂ ਅੱਜ ਆਓ ਅਸੀਂ ਅਦਨ ਦੇ ਬਾਗ ਵਿੱਚ ਸਦੀਪਕ ਜੀਵਨ ਦਾ ਭੇਤ ਜਾਣੀਏ। ਉਤਪਤ ਦੇ ਇਤਿਹਾਸ ਵਿੱਚ ਅਸੀਂ ਭਲੇ ਅਤੇ ਬੁਰੇ ਦੇ ਗਿਆਨ ਦੇ ਦਰਖਤ ਨੂੰ ਦੇਖ ਸਕਦੇ ਹਾਂ ਜਿਸ ਵਿੱਚੋਂ ਆਦਮ ਅਤੇ ਹਵਾ ਨੇ ਖਾਧਾ, ਅਤੇ ਨਾਲ ਹੀ ਜੀਵਨ ਦਾ ਰੁੱਖ ਵੀ ਦੇਖ ਸਕਦੇ ਹਾਂ। ਜ਼ਿਆਦਾਤਰ ਲੋਕਾਂ ਨੇ ਸੋਚਿਆ ਕਿ ਭਲੇ ਅਤੇ ਬੁਰੇ ਦੇ ਗਿਆਨ ਦੇ ਰੁੱਖ ਵਿੱਚੋਂ ਖਾਣ ਦੇ ਮੂਲ ਪਾਪ ਦੇ ਕਰਕੇ ਆਦਮ ਅਤੇ ਹਵਾ ਦੀ ਮੌਤ ਹੋ ਗਈ, ਪਰ ਹੁਣ ਤੱਕ ਕਿਸੇ ਨੂੰ ਵੀ ਅਦਨ ਵਿੱਚ ਜੀਵਨ ਦਾ ਭੇਤ ਨਹੀਂ ਮਿਲਿਆ। ਉਤਪਤ ਅਧਿਆਇ 2 ਅਤੇ 3 ਦੁਆਰਾ ਆਓ ਅਸੀਂ ਅਦਨ ਦੇ ਇਤਿਹਾਸ ਨੂੰ ਦੇਖੀਏ ਅਤੇ ਜੀਵਨ ਦਾ ਭੇਤ ਜਾਣੀਏ। ਆਓ ਅਸੀਂ ਉਤਪਤ ਅਧਿਆਇ 2 ਵਚਨ 16 ਤੇ ਜਾਈਏ। ਤਾਂ ਯਹੋਵਾ ਪਰਮੇਸ਼ਵਰ ਨੇ ਆਦਮੀ ਨੂੰ ਆਗਿਆ ਦਿੱਤੀ ਕਿ ਬਾਗ ਦੇ ਹਰ ਬਿਰਛ ਤੋਂ ਤੂੰ ਨਿਸੰਗ ਖਾਈਂ, ਪਰ ਭਲੇ ਬੁਰੇ ਦੀ ਸਿਆਣ ਦੇ ਬਿਰਛ ਤੋਂ ਤੂੰ ਨਾ ਖਾਈਂ, ਕਿਉਂ ਜੋ ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜ਼ਰੂਰ ਮਰੇਂਗਾ। ਭਲੇ ਅਤੇ ਬੁਰੇ ਦੇ ਗਿਆਨ ਦੇ ਰੁੱਖ ਦੀ ਵਿਸ਼ੇਸ਼ਤਾ ਇਹ ਸੀ ਕਿ ਜਿਸ ਦਿਨ ਤੂੰ ਉਸ ਦਾ ਫਲ ਖਾਵੇਂਗਾ ਉਸੇ ਦਿਨ ਜ਼ਰੂਰ ਮਰ ਜਾਵੇਂਗਾ। ਪਰਮੇਸ਼ਵਰ ਨੇ ਕਿਹਾ, ਭਲੇ ਜਾਂ ਬੁਰੇ ਦੇ ਗਿਆਨ ਦੇ ਰੁੱਖ ਦਾ ਫਲ ਤੂੰ ਕਦੇ ਨਾ ਖਾਣਾ, ਨਹੀਂ ਤਾਂ ਤੂੰ ਮਰ ਜਾਵੇਂਗਾ। ਹਾਲਾਂਕਿ ਆਦਮ ਅਤੇ ਹਵਾ ਨੇ ਕੀ ਕੀਤਾ? ਸ਼ੈਤਾਨ ਦੁਆਰਾ ਪਰਮਾਏ ਜਾਣ ਤੋਂ ਬਾਅਦ ਕਿ ਉਹਨਾਂ ਨੇ ਭਲੇ ਅਤੇ ਬੁਰੇ ਦੇ ਗਿਆਨ ਦੇ ਰੁੱਖ ਵਿੱਚੋਂ ਨਹੀਂ ਖਾਧਾ ਅਤੇ ਮਰ ਗਏ। ਇਸ ਸਭ ਦੁਆਰਾ ਪਰਮੇਸ਼ਵਰ ਸਾਨੂੰ ਕੁਝ ਮਹੱਤਵਪੂਰਨ ਚੀਜ਼ ਸਿਖਾਉਣਾ ਚਾਹੁੰਦੇ ਹਨ ਜਿਸ ਵਿੱਚ ਉਹਨਾਂ ਦੀ ਗੁਪਤ ਇੱਛਾ ਸ਼ਾਮਿਲ ਹੈ। ਭਲੇ ਅਤੇ ਬੁਰੇ ਦੇ ਗਿਆਨ ਦੇ ਰੁੱਖ ਵਿੱਚੋਂ ਖਾਣ ਨਾਲ ਮਰਨ ਵਾਲੀ ਮਨੁੱਖ ਜਾਤੀ ਦੇ ਲਈ ਪਰਮੇਸ਼ਵਰ ਨੇ ਉਤਪਤ ਵਿੱਚ ਅਦਨ ਦੇ ਬਾਗ ਵਿੱਚ ਜੀਵਨ ਦਾ ਰਾਹ ਲੁਕਾ ਦਿੱਤਾ। ਉਤਪਤ ਅਧਿਆਇ 3 ਵਚਨ 22
ਤਦ ਯਹੋਵਾ ਪਰਮੇਸ਼ੁਰ ਨੇ ਆਖਿਆ, ਵੇਖੋ ਆਦਮੀ ਭਲੇ ਬੁਰੇ ਦੀ ਸਿਆਣ ਵਿੱਚ ਸਾਡੇ ਵਿੱਚੋਂ ਇੱਕ ਵਰਗਾ ਹੋ ਗਿਆ, ਅਤੇ ਹੁਣ ਅਜਿਹਾ ਨਾ ਹੋਵੇ ਕਿ ਉਹ ਆਪਣਾ ਹੱਥ ਵਧਾ ਕੇ ਜੀਵਨ ਦੇ ਬਿਰਖ ਤੋਂ ਵੀ ਲੈ ਕੇ ਖਾਵੇ ਅਤੇ ਕੀ ਰਹੇ, ਸਦਾ ਜਿਉਂਦਾ ਰਹੇ। ਭਾਵੇਂ ਹੀ ਉਹ ਭਲੇ ਅਤੇ ਬੁਰੇ ਦੇ ਗਿਆਨ ਦੇ ਰੁੱਖ ਵਿੱਚੋਂ ਖਾਣ ਦੁਆਰਾ ਮਰਨ ਦੇ ਲਈ ਨਿਯੁਕਤ ਹਨ, ਪਰ ਜੇਕਰ ਕੋਈ ਪਾਪੀ ਜੀਵਨ ਦੇ ਰੁੱਖ ਵਿੱਚੋਂ ਖਾਂਦਾ ਹੈ ਤਦ ਕੀ ਹੋਵੇਗਾ? ਉਹ ਸਦਾ ਜਿਉਂਦਾ ਰਹੇਗਾ। ਪਰ ਪਰਮੇਸ਼ੁਰ ਨੇ ਰਾਹ ਬੰਦ ਕਰ ਦਿੱਤਾ ਤਾਂ ਜੋ ਪਾਪੀ ਜੀਵਨ ਦੇ ਰੁੱਖ ਵਿੱਚੋਂ ਨਾ ਖਾ ਸਕੇ। ਆਓ ਅਸੀਂ ਵਚਨ 23 ਦੇ ਨਾਲ ਜਾਰੀ ਰਹੀਏ। ਸੋ ਯਹੋਵਾ ਪਰਮੇਸ਼ੁਰ ਨੇ ਉਹਨੂੰ ਅਦਨ ਦੇ ਬਾਗੋਂ ਕੱਢ ਦਿੱਤਾ ਤਾਂ ਜੋ ਉਹ ਉਸ ਜ਼ਮੀਨ ਨੂੰ ਵਾਹੇ ਜਿਸ ਤੋਂ ਉਹ ਕੱਢਿਆ ਗਿਆ ਸੀ। ਸੋ ਉਸਨੇ ਆਦਮੀ ਨੂੰ ਕੱਢ ਦਿੱਤਾ ਅਤੇ ਉਸਨੇ ਅਦਨ ਦੇ ਬਾਗ ਦੇ ਚੜ੍ਹਦੇ ਪਾਸੇ ਦੂਤਾਂ ਨੂੰ ਅਤੇ ਚੁਪਾਸੇ ਘੁੰਮਣ ਵਾਲੇ ਖੰਡੇ ਦੀ ਲਸ਼ਕ ਨੂੰ ਰੱਖਿਆ ਤਾਂ ਜੋ ਉਹ ਜੀਵਨ ਦੇ ਬਿਰਛ ਦੇ ਰਾਹ ਦੀ ਰਾਖੀ ਕਰਨ। ਪਰਮੇਸ਼ੁਰ ਨੇ ਖੰਡੇ ਦੀ ਲਸ਼ਕ ਦੇ ਨਾਲ ਦੂਤਾਂ ਨੂੰ ਨਿਯੁਕਤ ਕਰਕੇ ਜੀਵਨ ਦੇ ਰੁੱਖ ਦੇ ਰਾਹ ਨੂੰ ਬੰਦ ਕਰ ਦਿੱਤਾ ਤਾਂ ਜੋ ਪਾਪੀ ਉਸ ਵਿੱਚੋਂ ਨਾ ਖਾ ਸਕੇ। ਦੂਸਰੇ ਸ਼ਬਦਾਂ ਵਿੱਚ ਪਰਮੇਸ਼ੁਰ ਨੇ ਹੁਕਮ ਦਿੱਤਾ ਕਿ ਪਾਪੀ ਜੀਵਨ ਦੇ ਰੁੱਖ ਦੇ ਰਾਹ ਤੇ ਨਹੀਂ ਆ ਸਕਦੇ। ਪਰਮੇਸ਼ੁਰ ਅਦਨ ਦੇ ਬਾਗ ਵਿੱਚ ਜੀਵਨ ਦੇ ਰੁੱਖ ਦੇ ਨਾਲ-ਨਾਲ ਭਲੇ ਅਤੇ ਬੁਰੇ ਦੇ ਗਿਆਨ ਦੇ ਰੁੱਖ ਨੂੰ ਲਗਾ ਕੇ ਮਨੁੱਖ ਜਾਤੀ ਨੂੰ ਬਹੁਤ ਮਹੱਤਵਪੂਰਨ ਗੱਲ ਸਿਖਾਉਣਾ ਚਾਹੁੰਦੇ ਸੀ। ਸਿਰਫ ਜੇਕਰ ਉਹ ਜੀਵਨ ਦੇ ਰੁੱਖ ਵਿੱਚੋਂ ਖਾਂਦੇ ਹਨ ਤਦ ਉਹ ਸਦੀਪਕ ਜੀਵਨ ਪ੍ਰਾਪਤ ਕਰ ਸਕਦੇ ਹਨ। ਮੱਤੀ ਅਧਿਆਇ 13 ਵਿੱਚ ਇਹ ਕਹਿੰਦਾ ਹੈ ਕਿ ਜਗਤ ਦੇ ਮੁੱਢੋਂ ਹੀ ਦ੍ਰਿਸ਼ਟਾਂਤ ਗੁਪਤ ਸੀ। ਪਰਮੇਸ਼ੁਰ ਦੀ ਇੱਛਾ ਕੀ ਹੈ ਕਿ ਉਹਨਾਂ ਨੇ ਉਤਪਤ ਵਿੱਚ ਜੀਵਨ ਦੇ ਰੁੱਖ ਦਾ ਦ੍ਰਿਸ਼ਟਾਂਤ ਰੱਖਿਆ। ਉਹ ਸਾਨੂੰ ਕੀ ਸਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ? ਜੀਵਨ ਦੇ ਰੁੱਖ ਦੀ ਅਸਲੀਅਤ ਕੀ ਹੈ? ਇਸ ਮਾਮਲੇ ਨੂੰ ਸਪਸ਼ਟ ਰੂਪ ਨਾਲ ਸਮਝਣ ਤੇ ਹੀ ਅਸੀਂ ਇਸ ਪ੍ਰਸ਼ਨ ਦਾ ਠੀਕ ਉੱਤਰ ਪ੍ਰਾਪਤ ਕਰ ਸਕਦੇ ਹਾਂ। ਪਵਿੱਤਰ ਆਤਮਾ ਦੇ ਯੁੱਗ ਵਿੱਚ ਮੁਕਤੀਦਾਤਾ ਜਦੋਂ ਧਰਤੀ ਤੇ ਆਉਣਗੇ ਤਦ ਕਿਹੜੀ ਸੱਚਾਈ ਲਿਆਉਣਗੇ? ਆਓ ਅਸੀਂ ਉਤਪਤ ਅਧਿਆਇ 4 ਤੇ ਜਾ ਕੇ ਅਧਿਐਨ ਕਰਨਾ ਜਾਰੀ ਰੱਖੀਏ, ਜਿੱਥੇ ਅਸੀਂ ਆਦਮ ਦੇ ਪੁੱਤਰਾਂ ਦਾ ਜ਼ਿਕਰ ਪਾ ਸਕਦੇ ਹਾਂ। ਉੱਥੇ ਕੌਣ-ਕੌਣ ਸੀ? ਕਾਇਨ ਤੇ ਹਾਬਲ। ਪਰਮੇਸ਼ੁਰ ਨੇ ਕਾਇਨ ਤੇ ਹਾਬਲ ਨੂੰ ਸੱਚਾਈ ਜਾਣਨ ਦਿੱਤੀ ਜੋ ਉਹਨਾਂ ਨੂੰ ਜੀਵਨ ਦੇ ਰੁੱਖ ਤੱਕ ਲੈ ਜਾਵੇਗੀ। ਭਾਵੇਂ ਹੀ ਪਰਮੇਸ਼ੁਰ ਨੇ ਉਹਨਾਂ ਨੂੰ ਸੱਚਾਈ ਦਿਖਾਈ, ਫਿਰ ਵੀ ਕਾਇਨ ਨੇ ਅਨਾਗਿਆਕਾਰੀ ਤਰੀਕੇ ਨਾਲ ਭੇਂਟ ਚੜਾਈ ਸੀ, ਜਦਕਿ ਹਾਬਲ ਨੇ ਇੱਕ ਆਗਿਆਕਾਰੀ ਦਿਲ ਦੇ ਨਾਲ ਬਲੀਦਾਨ ਚੜਾਇਆ ਸੀ। ਇਸ ਲਈ ਪਰਮੇਸ਼ੁਰ ਨੇ ਸਿਰਫ ਹਾਬਲ ਦੀ ਭੇਂਟ ਨੂੰ ਸਵੀਕਾਰ ਕੀਤਾ ਅਤੇ ਕਾਇਨ ਦੀ ਭੇਂਟ ਨੂੰ ਸਵੀਕਾਰ ਨਾ ਕੀਤਾ। ਆਓ ਅਸੀਂ ਦੇਖੀਏ ਕਿ ਅਦਨ ਦੇ ਬਾਗ ਵਿੱਚ ਦੋਨਾਂ ਰੁੱਖਾਂ ਨਾਲ ਸੰਬੰਧਿਤ ਮਾਮਲੇ ਉਤਪਤ ਅਧਿਆਇ 4 ਨਾਲ ਕਿਵੇਂ ਜੁੜੇ ਹਨ। ਤਦ ਆਦਮ ਨੇ ਆਪਣੀ ਤੀਵੀ ਹਵਾ ਨਾਲ ਸੰਗ ਕੀਤਾ ਅਤੇ ਉਹ ਗਰਭਣੀ ਹੋਈ ਅਤੇ ਕਾਇਨ ਨੂੰ ਜਣੀ ਤਾਂ ਉਹਨੇ ਆਖਿਆ ਕਿ ਮੈਂ ਇੱਕ ਮਨੁੱਖ ਯਹੋਵਾ ਕੋਲੋਂ ਪ੍ਰਾਪਤ ਕੀਤਾ। ਫਿਰ ਉਹ ਉਸਦੇ ਭਰਾ ਹਾਬਲ ਨੂੰ ਜਣੀ। ਅਰ ਹਾਬਲ ਇੱਜੜਾਂ ਦਾ ਪਾਲੀ ਸੀ ਅਤੇ ਕਾਇਨ ਜ਼ਮੀਨ ਦਾ ਹਾਲੀ ਸੀ। ਕੁਝ ਦਿਨਾਂ ਦੇ ਮਗਰੋਂ ਇਹ ਹੋਇਆ ਕਿ ਕਾਇਨ ਜ਼ਮੀਨ ਦੇ ਫਲ ਤੋਂ ਯਹੋਵਾ ਦੀ ਭੇਂਟ ਲਈ ਕੁਝ ਲੈ ਆਇਆ। ਹਾਬਲ ਵੀ ਇੱਜੜ ਦੇ ਪਹਿਲੋਠਿਆਂ ਅਰ ਉਹਨਾਂ ਦੀ ਚਰਬੀ ਤੋਂ ਕੁਝ ਲੈ ਆਇਆ ਅਤੇ ਯਹੋਵਾ ਨੇ ਹਾਬਲ ਨੂੰ ਅਰ ਉਹਦੀ ਭੇਂਟ ਨੂੰ ਪਸੰਦ ਕੀਤਾ, ਪਰ ਕਾਇਨ ਅਰ ਉਹਦੀ ਭੇਂਟ ਨੂੰ ਪਸੰਦ ਨਾ ਕੀਤਾ। ਸੋ ਕਾਇਨ ਬਹੁਤ ਕ੍ਰੋਧਵਾਨ ਹੋਇਆ ਅਰ ਉਹਦਾ ਮੂੰਹ ਉੱਤਰ ਗਿਆ। ਦੋ ਮਹੱਤਵਪੂਰਨ ਘਟਨਾਵਾਂ ਹੋਈਆਂ, ਹਾਬਲ ਦਾ ਬਲੀਦਾਨ ਅਤੇ ਕਾਇਨ ਦਾ ਬਲੀਦਾਨ। ਪਹਿਲਾਂ ਉਹਨਾਂ ਨੂੰ ਨਾਸ਼ ਹੋਣ ਵਾਲੇ ਪ੍ਰਾਣੀਆਂ ਦੇ ਰੂਪ ਵਿੱਚ ਜੀਵਨ ਦੇ ਰੁੱਖ ਦੇ ਕੋਲ ਆਉਣ ਦੀ ਇਜਾਜ਼ਤ ਨਹੀਂ ਸੀ, ਪਰ ਅਦਨ ਵਿੱਚ ਇਹਨਾਂ ਘਟਨਾਵਾਂ ਦੇ ਬਾਅਦ ਪਰਮੇਸ਼ੁਰ ਨੇ ਮਨੁੱਖ ਜਾਤੀ ਨੂੰ ਇਹ ਜਾਣਨ ਦੀ ਇਜਾਜ਼ਤ ਦਿੱਤੀ ਕਿ ਕਿਵੇਂ ਪਰਮੇਸ਼ੁਰ ਨੂੰ ਬਲੀਦਾਨ ਚੜਾਇਆ ਜਾਣਾ ਚਾਹੀਦਾ ਹੈ। ਇਸ ਨੂੰ ਹੁਣ ਆਰਾਧਨਾ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਪਰਮੇਸ਼ੁਰ ਦੀ ਆਰਾਧਨਾ ਕਰਨ ਦੇ ਸਭ ਤੋਂ ਮਹੱਤਵਪੂਰਨ ਕਾਰਨਾਂ ਵਿੱਚੋਂ ਇੱਕ ਹੈ ਪਾਪਾਂ ਦੀ ਮਾਫੀ ਪ੍ਰਾਪਤ ਕਰਨਾ। ਜੀਵਨ ਦੇ ਰੁੱਖ ਨੂੰ ਦੁਬਾਰਾ ਸਥਾਪਿਤ ਕੀਤੇ ਬਿਨਾਂ ਜੋ ਅਸੀਂ ਗੁਆ ਦਿੱਤਾ ਸੀ, ਅਸੀਂ ਆਤਮਿਕ ਅਦਨ ਵਿੱਚ ਕਦੀ ਨਹੀਂ ਮੁੜ ਸਕਦੇ। ਦੂਸਰੇ ਸ਼ਬਦਾਂ ਵਿੱਚ, ਜੇਕਰ ਅਸੀਂ ਆਤਮਿਕ ਅਦਨ ਆਪਣੇ ਅਨੰਤ ਸਵਰਗੀ ਘਰ ਵਿੱਚ ਮੁੜਨਾ ਚਾਹੁੰਦੇ ਹਾਂ ਤਦ ਕੀ ਸਾਨੂੰ ਪਹਿਲਾਂ ਪਾਪਾਂ ਦੀ ਮਾਫੀ ਪ੍ਰਾਪਤ ਨਹੀਂ ਕਰਨੀ ਚਾਹੀਦੀ? ਪਰਮੇਸ਼ੁਰ ਨੇ ਕਾਇਨ ਅਤੇ ਹਾਬਲ ਨੂੰ ਪਾਪਾਂ ਦੀ ਮਾਫੀ ਪ੍ਰਾਪਤ ਕਰਨ ਦਾ ਰਾਹ ਪ੍ਰਦਾਨ ਕੀਤਾ। ਇਸ ਲਈ ਇੱਕ ਆਗਿਆਕਾਰੀ ਦਿਲ ਦੇ ਨਾਲ ਹਾਬਲ ਨੇ ਪਰਮੇਸ਼ੁਰ ਨੂੰ ਇੱਕ ਪਸ਼ੂ ਦੇ ਬਲੀਦਾਨ ਦਾ ਲਹੂ ਚੜਾਇਆ, ਪਰ ਕਾਇਨ ਨੇ ਪਰਮੇਸ਼ੁਰ ਨੂੰ ਆਪਣੀ ਫਸਲ ਵਿੱਚੋਂ ਭੇਂਟ ਚੜਾਈ ਕਿਉਂਕਿ ਉਹ ਜ਼ਮੀਨ ਤੇ ਖੇਤੀ ਕਰਨ ਵਾਲਾ ਕਿਸਾਨ ਸੀ। ਪਰਮੇਸ਼ੁਰ ਨੇ ਸਿਰਫ ਹਾਬਲ ਦੀ ਭੇਂਟ ਨੂੰ ਸਵੀਕਾਰ ਕੀਤਾ, ਪਰ ਕਾਇਨ ਦੀ ਭੇਂਟ ਨੂੰ ਅਸਵੀਕਾਰ ਕਰ ਦਿੱਤਾ। ਇਸ ਤਰ੍ਹਾਂ ਕਰਨ ਵਿੱਚ ਪਰਮੇਸ਼ੁਰ ਦੀ ਇੱਛਾ ਕੀ ਹੈ? ਆਓ ਅਸੀਂ ਇਬਰਾਨੀਆਂ ਦੇ 9 ਵਿੱਚ ਇਸ ਦਾ ਉੱਤਰ ਲੱਭੀਏ। ਇਬਰਾਨੀਆਂ ਦੇ 9 ਵਚਨ 22।
ਅਤੇ ਸ਼ਰਅ ਦੇ ਅਨੁਸਾਰ ਲਗਭਗ ਸਾਰੀਆਂ ਵਸਤਾਂ ਲਹੂ ਨਾਲ ਸ਼ੁੱਧ ਕੀਤੀਆਂ ਜਾਂਦੀਆਂ ਹਨ ਅਤੇ ਬਿਨਾਂ ਲਹੂ ਵਹਾਏ ਮਾਫੀ ਹੁੰਦੀ ਹੀ ਨਹੀਂ। ਇਸ ਦਾ ਅਰਥ ਹੈ ਕਿ ਅਸੀਂ ਪਾਪਾਂ ਦੀ ਮਾਫੀ ਪ੍ਰਾਪਤ ਨਹੀਂ ਕਰ ਸਕਦੇ। ਕੀ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਸਿਰਫ ਪਾਪਾਂ ਦੀ ਮਾਫੀ ਪ੍ਰਾਪਤ ਕਰਕੇ ਅਦਨ ਦੇ ਬਾਗ ਵਿੱਚੋਂ ਜੀਵਨ ਦਾ ਰੁੱਖ ਪ੍ਰਾਪਤ ਕਰ ਸਕਦੇ ਹਾਂ? ਇਸ ਲਈ ਪਰਮੇਸ਼ਵਰ ਨੇ ਸਾਨੂੰ ਆਪਣੇ ਵਚਨਾਂ ਦੁਆਰਾ ਸਿਖਾਇਆ, ਬਿਨਾਂ ਲਹੂ ਵਹਾਏ ਪਾਪਾਂ ਦੀ ਮਾਫੀ ਨਹੀਂ। ਆਗਿਆ ਦੀ ਪਾਲਣਾ ਦੇ ਨਾਲ ਹਾਬਲ ਨੇ, ਜੋ ਆਦਮ ਦਾ ਪੁੱਤਰ ਹੈ, ਪਰਮੇਸ਼ਵਰ ਨੂੰ ਖੁਸ਼ ਕਰਨ ਵਾਲੇ ਲਹੂ ਦੇ ਬਲੀਦਾਨ ਦੀ ਭੇਂਟ ਚੜਾਉਣ ਦੇ ਲਈ ਇੱਕ ਲੇਲੇ ਨੂੰ ਬਲੀ ਕੀਤਾ। ਬਲੀਦਾਨ ਚੜਾਉਣ ਦਾ ਇਹ ਤਰੀਕਾ ਪਹਿਲਾਂ ਸਿਰਫ ਜ਼ੁਬਾਨੀ ਤੌਰ ਤੇ ਪਾਸ ਕੀਤਾ ਗਿਆ ਸੀ। ਇਹ ਅੰਤ ਵਿੱਚ ਮੂਸਾ ਦੇ ਸਮੇਂ ਵਿੱਚ ਸੰਕੇਤ ਕੀਤਾ ਗਿਆ। ਪੁਰਾਣੇ ਨੇਮ ਵਿੱਚ ਪਰਮੇਸ਼ਵਰ ਨੇ ਆਪਣੇ ਨਿਯਮ ਅਤੇ ਹੁਕਮ ਇੱਕ ਦੇ ਬਾਅਦ ਇੱਕ ਦਿੱਤੇ। ਬਾਅਦ ਵਿੱਚ ਪਰਮੇਸ਼ਵਰ ਨੇ ਉਹਨਾਂ ਨੂੰ ਵਿਵਸਥਾ ਦੇ ਰੂਪ ਵਿੱਚ ਸੰਕੇਤ ਕੀਤਾ। ਮੂਸਾ ਦੀ ਇਸ ਵਿਵਸਥਾ ਦੁਆਰਾ ਅਸੀਂ ਬਹੁਤ ਮਹੱਤਵਪੂਰਨ ਚੀਜ਼ ਖੋਜ ਸਕਦੇ ਹਾਂ। ਕੂਚ ਅਧਿਆਇ 25 ਵਿੱਚ ਪਰਮੇਸ਼ਵਰ ਨੇ ਪਵਿੱਤਰ ਥਾਂ ਅਤੇ ਅਪਵਿੱਤਰ ਥਾਂ ਨੂੰ ਬਣਾਇਆ ਤਾਂ ਜੋ ਲਹੂ ਦੇ ਬਲੀਦਾਨਾਂ ਨੂੰ ਨਿਯਮਿਤ ਕੀਤਾ ਜਾ ਸਕੇ। ਪਵਿੱਤਰ ਥਾਂ ਅਤੇ ਅਪਵਿੱਤਰ ਥਾਂ ਵਿੱਚ ਹਰ ਰੋਜ਼ ਦੀ ਹੋਮ ਬਲੀ ਦੇ ਸਮਿਆਂ ਵਿੱਚ ਪਰਮੇਸ਼ਵਰ ਦੀਆਂ ਭੇਟਾਂ ਚੜਾਈਆਂ ਜਾਂਦੀਆਂ ਸੀ, ਜੋ ਅੱਜ ਪ੍ਰਾਰਥਨਾ ਦੇ ਸਮੇਂ ਅਤੇ ਹਰ ਸਬਤ ਦੇ ਦਿਨ ਦੁਆਰਾ ਪੂਰੇ ਹੁੰਦੇ ਹਨ। ਕੂਚ ਅਧਿਆਇ 25 ਵਚਨ 16। ਤੂੰ ਉਸ ਸੰਦੂਕ ਵਿੱਚ ਉਹ ਸਾਖੀ ਰੱਖੀ ਜਿਹੜੀ ਮੈਂ ਤੈਨੂੰ ਦਿਆਂਗਾ। ਤੂੰ ਪ੍ਰਾਇਸ਼ਚਿਤ ਦਾ ਸਰਪੋਸ਼ ਕੁੰਦਨ ਸੋਨੇ ਦਾ ਬਣਾਈ, ਜਿਸ ਦੀ ਲੰਬਾਈ 2.5 ਹੱਥ ਔਰ ਚੌੜਾਈ 1.5 ਹੱਥ ਹੋਵੇ। ਤੂੰ ਸੋਨੇ ਦੇ 2 ਕਰੂਬੀ ਬਣਾਈ। ਤੂੰ ਉਹਨਾਂ ਨੂੰ ਕੱਢ ਕੇ ਪ੍ਰਾਇਸ਼ਚਿਤ ਦੇ ਸਰਪੋਸ਼ ਦੇ ਦੋਹਾਂ ਸਿਰਿਆਂ ਤੋਂ ਬਣਾਈ। ਤੂੰ ਇੱਕ ਕਰੂਬੀ ਇੱਕ ਸਿਰੇ ਤੋਂ ਔਰ ਦੂਜਾ ਕਰੂਬੀ ਦੂਜੇ ਸਿਰੇ ਤੋਂ ਬਣਾਈ। ਪ੍ਰਾਇਸ਼ਚਿਤ ਦੇ ਸਰਪੋਸ਼ ਹੀ ਤੋਂ ਤੁਸੀਂ ਦੋਹਾਂ ਸਿਰਿਆਂ ਉੱਤੇ ਕਰੂਬੀਆਂ ਨੂੰ ਬਣਾਇਓ ਅਤੇ ਉਹ ਕਰੂਬੀ ਆਪਣੇ ਦੋਵੇਂ ਖੰਭ ਉਤਾਹਾਂ ਨੂੰ ਖਿਲਾਰੇ ਹੋਏ ਹੋਣ ਅਤੇ ਉਹ ਆਪਣੇ ਖੰਭਾਂ ਨਾਲ ਪ੍ਰਾਇਸ਼ਚਿਤ ਦੇ ਸਰਪੋਸ਼ ਨੂੰ ਢੱਕਦੇ ਹੋਣ ਔਰ ਉਹਨਾਂ ਦੇ ਮੂੰਹ ਆਮੋ ਸਾਹਮਣੇ ਹੋਣ। ਕਰੂਬੀਆਂ ਦੇ ਮੂੰਹ ਪ੍ਰਾਇਸ਼ਚਿਤ ਦੇ ਸਰਪੋਸ਼ ਵੱਲ ਹੋਣ ਅਤੇ ਤੂੰ ਪ੍ਰਾਇਸ਼ਚਿਤ ਨੂੰ ਉਤਾਹਾਂ ਸੰਦੂਕ ਦੇ ਉੱਤੇ ਰੱਖੀ ਔਰ ਤੂੰ ਉਸ ਸਾਖੀ ਨੂੰ ਜਿਹੜੀ ਮੈਂ ਤੈਨੂੰ ਦਿਆਂਗਾ ਸੰਦੂਕ ਵਿੱਚ ਰੱਖੀ, ਤਾਂ ਮੈਂ ਤੈਨੂੰ ਉੱਥੇ ਮਿਲਾਂਗਾ ਅਤੇ ਤੇਰੇ ਨਾਲ ਪ੍ਰਾਇਸ਼ਚਿਤ ਦੇ ਸਰਪੋਸ਼ ਦੇ ਉੱਤੇ ਦੋਹਾਂ ਕਰੂਬੀਆਂ ਦੇ ਵਿੱਚੋਂ ਦੀ ਜਿਹੜੇ ਸਾਖੀ ਦੇ ਸੰਦੂਕ ਦੇ ਉੱਤੇ ਹਨ, ਮੈਂ ਉਹ ਗੱਲਾਂ ਕਰਾਂਗਾ ਜਿਨ੍ਹਾਂ ਦਾ ਤੈਨੂੰ ਇਜ਼ਰਾਈਲੀਆਂ ਲਈ ਹੁਕਮ ਦਿਆਂਗਾ। ਅਦਨ ਦੇ ਬਾਗ ਵਿੱਚ ਭਲੇ ਅਤੇ ਬੁਰੇ ਦੇ ਗਿਆਨ ਦਾ ਰੁੱਖ ਅਤੇ ਜੀਵਨ ਦਾ ਰੁੱਖ ਸੀ। ਆਦਮ ਅਤੇ ਹਵਾ ਦੇ ਪਾਪ ਕਰਨ ਦੇ ਬਾਅਦ ਜੀਵਨ ਦੇ ਰੁੱਖ ਦਾ ਰਾਹ ਦੂਤਾਂ ਦੁਆਰਾ ਸੁਰੱਖਿਅਤ ਕੀਤਾ ਗਿਆ। ਪਵਿੱਤਰ ਥਾਂ ਅਤੇ ਅਪਵਿੱਤਰ ਥਾਂ ਬਾਰੇ ਨਿਰਦੇਸ਼ ਦਿੰਦੇ ਹੋਏ ਪਰਮੇਸ਼ਵਰ ਨੇ ਮੂਸਾ ਨੂੰ ਆਦੇਸ਼ ਦਿੱਤਾ ਕਿ ਉਹ ਨੇਮ ਦੇ ਸੰਦੂਕ ਦੇ ਉੱਪਰ ਪ੍ਰਾਇਸ਼ਚਿਤ ਦੇ ਢੱਕਣ ਦੇ ਸਿਰੇ ਤੇ ਦੂਤਾਂ ਨੂੰ ਰੱਖੇ। ਪਰਮੇਸ਼ਵਰ ਨੇ ਅਤਿ ਪਵਿੱਤਰ ਥਾਂ ਦੇ ਅੰਦਰ ਸੰਦੂਕ ਦੇ ਉੱਪਰ ਦੂਤਾਂ ਨੂੰ ਰੱਖਿਆ, ਜਿਨ੍ਹਾਂ ਨੇ ਉਤਪਤ ਵਿੱਚ ਜੀਵਨ ਦੇ ਰੁੱਖ ਦੀ ਸੁਰੱਖਿਆ ਕੀਤੀ ਸੀ। ਜਿਵੇਂ ਉਤਪਤ ਦੀ ਕਿਤਾਬ ਵਿੱਚ ਦਿਖਾਇਆ ਗਿਆ ਹੈ, ਦੂਤਾਂ ਦੀ ਭੂਮਿਕਾ ਜੀਵਨ ਦੇ ਰੁੱਖ ਦੀ ਸੁਰੱਖਿਆ ਕਰਨਾ ਸੀ। ਪਰਮੇਸ਼ਵਰ ਨੇ ਮੂਸਾ ਨੂੰ ਦੂਤਾਂ ਨੂੰ ਕਿੱਥੇ ਰੱਖਣ ਦੇ ਲਈ ਕਿਹਾ ਸੀ? ਪਰਮੇਸ਼ਵਰ ਨੇ ਉਸ ਨੂੰ ਅਤਿ ਪਵਿੱਤਰ ਥਾਂ ਵਿੱਚ ਨੇਮ ਦੇ ਸੰਦੂਕ ਉੱਪਰ ਰੱਖਣ ਦੇ ਲਈ ਕਿਹਾ, ਕਿਉਂਕਿ 2 ਦੂਤ ਸੰਦੂਕ ਦੀ ਦੇਖਰੇਖ ਕਰ ਰਹੇ ਹਨ। ਤਦ ਅਸੀਂ ਸਮਝ ਸਕਦੇ ਹਾਂ ਕਿ ਨੇਮ ਦਾ ਸੰਦੂਕ ਕਿਸ ਨੂੰ ਦਰਸਾਉਂਦਾ ਹੈ। ਉਹ ਜੀਵਨ ਦਾ ਰੁੱਖ ਹੈ। ਅਸੀਂ ਸਪਸ਼ਟ ਰੂਪ ਨਾਲ ਸਮਝ ਸਕਦੇ ਹਾਂ ਕਿ ਨੇਮ ਦਾ ਸੰਦੂਕ ਜੋ ਦੂਤਾਂ ਦੁਆਰਾ ਸੁਰੱਖਿਅਤ ਕੀਤਾ ਗਿਆ ਸੀ, ਅਦਨ ਦੇ ਬਾਗ ਵਿੱਚ ਕੀ ਹੈ? ਉਹ ਜੀਵਨ ਦਾ ਰੁੱਖ ਹੈ। ਫਿਰ ਨੇਮ ਦੇ ਸੰਦੂਕ ਅੰਦਰ ਕੀ ਰੱਖਿਆ ਗਿਆ ਸੀ? ਆਓ ਅਸੀਂ ਇਬਰਾਨੀਆਂ ਅਧਿਆਇ 9 ਵਚਨ 1 ਦੇਖੀਏ। ਸੋ ਪਹਿਲੇ ਨੇਮ ਵਿੱਚ ਵੀ ਬੰਦਗੀ ਦੀਆਂ ਵਿਧੀਆਂ ਅਤੇ ਇੱਕ ਸੰਸਾਰਕ ਪਵਿੱਤਰ ਅਸਥਾਨ ਹੈ ਸੀ, ਕਿਉਂ ਜੋ ਇੱਕ ਤੰਬੂ ਬਣਾਇਆ ਗਿਆ, ਅਰਥਾਤ ਪਹਿਲਾ ਜਿਹਦੇ ਵਿੱਚ ਸ਼ਮਾਦਾਨ, ਮੇਜ਼ ਅਤੇ ਹਜ਼ੂਰੀ ਦੀਆਂ ਰੋਟੀਆਂ ਸਨ, ਇਹ ਪਵਿੱਤਰ ਸਥਾਨ ਸਦਾਉਂਦਾ ਹੈ, ਅਤੇ ਦੂਏ ਪਰਦੇ ਦੇ ਅੰਦਰ ਉਹ ਤੰਬੂ ਸੀ ਜਿਹੜਾ ਅਤ ਪਵਿੱਤਰ ਸਥਾਨ ਸਦਾਉਂਦਾ ਹੈ, ਜਿਹਦੇ ਵਿੱਚ ਧੂਪ ਤਖਾਉਣ ਦੀ ਸੁਨਹਿਰੀ ਜਗਵੇਦੀ ਸੀ, ਅਤੇ ਨੇਮ ਦਾ ਸੰਦੂਕ ਜਿਹੜਾ ਆਲੇ ਦੁਆਲਿਓਂ ਸੋਨੇ ਨਾਲ ਮੜਿਆ ਹੋਇਆ ਸੀ, ਜਿਸ ਵਿੱਚ ਮਨ ਦਾ ਭਰਿਆ ਹੋਇਆ ਇੱਕ ਸੋਨੇ ਦਾ ਡੱਬਾ ਅਤੇ ਹਾਰੂਨ ਦੀ ਛਿੱਟੀ ਜਿਸ ਵਿੱਚੋਂ ਲਗਰਾ ਫੁੱਟ ਨਿਕਲੀਆਂ ਅਤੇ ਨੇਮ ਦੀਆਂ ਪੱਟੀਆਂ ਸਨ। ਨੇਮ ਦੇ ਸੰਦੂਕ ਦੇ ਅੰਦਰ ਕੀ ਸੀ? ਮਨ, ਹਾਰੂਨ ਦੀ ਛਿੱਟੀ ਜਿਸ ਵਿੱਚੋਂ ਲਗਰਾ ਫੁੱਟ ਨਿਕਲੀਆਂ ਅਤੇ ਨੇਮ ਦੀਆਂ ਪੱਟੀਆਂ ਸਨ, ਜੋ 10 ਹੁਕਮ ਹਨ। ਇਹ ਨੇਮ ਦੇ ਸੰਦੂਕ ਦੇ ਅੰਦਰ ਪਾਏ ਗਏ। ਫਿਰ 2 ਦੂਤਾਂ ਨੇ ਸੰਦੂਕ ਦੀ ਸੁਰੱਖਿਆ ਕਿਉਂ ਕੀਤੀ, ਜਿਸ ਵਿੱਚ ਉਹਨਾਂ ਚੀਜ਼ਾਂ ਨੂੰ ਰੱਖਿਆ ਗਿਆ ਸੀ? ਕਿ 10 ਹੁਕਮਾਂ ਦੀ ਸਥਾਪਨਾ ਪਰਮੇਸ਼ਵਰ ਦੇ ਵਚਨ ਦੁਆਰਾ ਉਹਨਾਂ ਦੇ ਹੁਕਮਾਂ ਦੇ ਰੂਪ ਵਿੱਚ ਨਹੀਂ ਕੀਤੀ ਗਈ? ਯਹੂਨਾ ਅਧਿਆਇ 1 ਵਚਨ 1। ਆਦਿ ਵਿੱਚ ਕੀ ਸੀ?
ਸ਼ਬਦ ਸੀ ਅਰ ਸ਼ਬਦ ਪਰਮੇਸ਼ਵਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ਵਰ ਸੀ। 10 ਹੁਕਮਾਂ ਦੀ ਪੱਥਰ ਦੀਆਂ ਫੱਟੀਆਂ ਪਰਮੇਸ਼ਵਰ ਨੂੰ ਦਰਸਾਉਂਦੀਆਂ ਹਨ, ਜੋ ਪਰਮੇਸ਼ਵਰ ਦਾ ਵਚਨ ਹੈ। ਕਿ ਸੰਦੂਕ ਦੇ ਅੰਦਰ ਮਨ ਵੀ ਨਹੀਂ ਮਿਲਿਆ। ਯਹੂਨਾ ਅਧਿਆਇ 6 ਵਿੱਚ ਇਹ ਕਹਿ ਕੇ ਮੈਂ ਸਵਰਗ ਤੋਂ ਉਤਰੀ ਰੋਟੀ ਹਾਂ। ਯੀਸ਼ੂ ਨੇ ਖੁਦ ਦੀ ਤੁਲਨਾ ਕਿਸ ਨਾਲ ਕੀਤੀ? ਉਹਨਾਂ ਨੇ ਖੁਦ ਦੀ ਤੁਲਨਾ ਮਨ ਨਾਲ ਕੀਤੀ ਅਤੇ ਹਾਰੂਨ ਦੀ ਚਿੱਟੀ ਜਿਸ ਵਿੱਚੋਂ ਲਗਰਾਂ ਫੁੱਟ ਨਿਕਲੀਆਂ ਸੀ। ਹਾਰੂਨ ਇਜ਼ਰਾਈਲ ਦਾ ਪਹਿਲਾ ਮਹਾਪੁਰੋਹਿਤ ਸੀ। ਉਹ ਸਭ ਜੋ ਸੰਦੂਕ ਦੇ ਅੰਦਰ ਪਾਇਆ ਗਿਆ ਸੀ ਅੰਤ ਵਿੱਚ ਯੀਸ਼ੂ ਮਸੀਹ ਬਾਰੇ ਸਾਖੀ ਦਿੰਦਾ ਹੈ। ਇਸ ਦੇ ਦੁਆਰਾ ਪਰਮੇਸ਼ਵਰ ਨੇ ਸਾਨੂੰ ਜਾਣਨ ਦਿੱਤਾ ਕਿ ਯੀਸ਼ੂ ਮਹਾਪੁਰੋਹਿਤ ਦੇ ਰੂਪ ਵਿੱਚ ਆਉਣਗੇ ਅਤੇ ਉਹ ਪਰਮੇਸ਼ਵਰ ਹਨ ਜੋ ਪਰਮੇਸ਼ਵਰ ਦਾ ਵਚਨ ਹੈ। ਇਸ ਤੋਂ ਇਲਾਵਾ ਉਹ ਮਨ ਹੈ ਜੋ ਸਵਰਗ ਤੋਂ ਉਤਰੀ ਜਿਉਂਦੀ ਰੋਟੀ ਹੈ। ਅਸੀਂ ਉਹਨਾਂ ਬਾਰੇ ਇਹ ਸਭ ਸਾਖੀ ਕਿੱਥੋਂ ਪਾ ਸਕਦੇ ਹਾਂ? ਉਹ ਸਾਰੇ ਨੇਮ ਦੇ ਸੰਦੂਕ ਦੇ ਅੰਦਰ ਪਾਏ ਗਏ। ਜੀਵਨ ਦਾ ਰੁੱਖ ਜੋ ਦੂਤਾਂ ਦੁਆਰਾ ਸੁਰੱਖਿਅਤ ਨੇਮ ਦੇ ਸੰਦੂਕ ਦੇ ਅੰਦਰ ਸੀ ਯੀਸ਼ੂ ਮਸੀਹ ਨੂੰ ਦਰਸਾਉਂਦਾ ਹੈ। ਆਓ ਅਸੀਂ ਯਹੂਨਾ ਅਧਿਆਇ 6 ਵਿੱਚ ਇਸ ਦੀ ਪੁਸ਼ਟੀ ਕਰੀਏ। ਯਹੂਨਾ ਅਧਿਆਇ 6 ਵਚਨ 50। ਜਿਹੜੀ ਰੋਟੀ ਸੁਰਗੋਂ ਉਤਰਦੀ ਹੈ ਭਾਈ ਮਨੁੱਖ ਉਸ ਵਿੱਚੋਂ ਖਾ ਕੇ ਨਾ ਮਰੇ, ਸੋ ਇਹੋ ਹੈ। ਉਹ ਜਿਉਂਦੀ ਰੋਟੀ ਜੋ ਸੁਰਗੋਂ ਉਤਰੀ ਸੋ ਮੈਂ ਹਾਂ। ਜੇ ਕੋਈ ਇਸ ਰੋਟੀਓਂ ਕੁਝ ਖਾਵੇ ਤਾਂ ਉਹ ਉਸ ਦੇ ਨਾਲ ਕੀ ਹੋਵੇਗਾ? ਸਦਾ ਤੱਕ ਜਿਉਂਦਾ ਰਹੇਗਾ। ਮਨੁੱਖ ਜਾਤੀ ਨੂੰ ਇਸ ਲਈ ਮਰਨਾ ਪਿਆ ਕਿਉਂਕਿ ਉਹਨਾਂ ਨੇ ਭਲੇ ਅਤੇ ਬੁਰੇ ਦੇ ਗਿਆਨ ਦੇ ਰੁੱਖ ਵਿੱਚੋਂ ਖਾਧਾ ਸੀ। ਇੱਕੋ ਇੱਕ ਰਾਹ ਜਿਸ ਕਰਕੇ ਉਹ ਜਿਉਂਦੇ ਰਹਿ ਸਕਦੇ ਹਨ ਉਹ ਅਦਨ ਦੇ ਬਾਗ ਵਿੱਚ ਜੀਵਨ ਦੇ ਰੁੱਖ ਵਿੱਚੋਂ ਖਾਣਾ ਹੈ। ਪਰ ਯੀਸ਼ੂ ਨੇ ਕਿਹਾ ਜੇ ਕੋਈ ਇਸ ਰੋਟੀਓਂ ਕੁਝ ਖਾਵੇ ਤਾਂ ਉਹ ਸਦਾ ਤੱਕ ਜਿਉਂਦਾ ਰਹੇਗਾ। ਵਚਨ 51। ਉਹ ਜਿਉਂਦੀ ਰੋਟੀ ਜੋ ਸੁਰਗੋਂ ਉਤਰੀ ਸੋ ਮੈਂ ਹਾਂ। ਜੇ ਕੋਈ ਇਸ ਰੋਟੀਓਂ ਕੁਝ ਖਾਵੇ ਤਾਂ ਉਹ ਸਦਾ ਤੱਕ ਜਿਉਂਦਾ ਰਹੇਗਾ। ਦੂਸਰੇ ਸ਼ਬਦਾਂ ਵਿੱਚ ਜੇਕਰ ਤੁਸੀਂ ਮੇਰਾ ਮਾਂਸ ਖਾਓਗੇ ਤਦ ਸਦਾ ਦੇ ਲਈ ਜਿਉਂਦੇ ਰਹੋਗੇ। ਜੋ ਰੋਟੀ ਮੈਂ ਦਿਆਂਗਾ ਸੋ ਮੇਰਾ ਮਾਂਸ ਹੈ ਜਿਹੜਾ ਜਗਤ ਦੇ ਜਿਉਣ ਲਈ ਮੈਂ ਦਿਆਂਗਾ। ਵਚਨ 52। ਇਸ ਲਈ ਯਹੂਦੀ ਆਪਸ ਵਿੱਚ ਇਹ ਕਹਿ ਕੇ ਬਹਿਸਣ ਲੱਗੇ ਜੋ ਇਹ ਆਪਣਾ ਮਾਂਸ ਕਿੱਕਰ ਸਾਨੂੰ ਖਾਣ ਲਈ ਦੇ ਸਕਦਾ ਹੈ। ਤਦ ਯੀਸ਼ੂ ਨੇ ਉਹਨਾਂ ਨੂੰ ਆਖਿਆ ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਜੇ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਂਸ ਨਾ ਖਾਓ ਅਤੇ ਉਹਦਾ ਲਹੂ ਨਾ ਪੀਓ ਤਾਂ ਤੁਹਾਡੇ ਵਿੱਚ ਜਿਉਣ ਨਹੀਂ ਹੈ। ਜੋ ਲੋਕ ਯੀਸ਼ੂ ਦੇ ਮਾਂਸ ਨੂੰ ਨਹੀਂ ਖਾਂਦੇ ਜਾਂ ਉਹਨਾਂ ਦਾ ਲਹੂ ਨਹੀਂ ਪੀਂਦੇ ਉਹਨਾਂ ਨੂੰ ਅਦਨ ਦੇ ਬਾਗ ਵਿੱਚ ਭਲੇ ਅਤੇ ਬੁਰੇ ਦੇ ਗਿਆਨ ਦੇ ਰੁੱਖ ਵਿੱਚੋਂ ਖਾਣ ਦੇ ਪਾਪ ਦਾ ਨਤੀਜਾ ਭੁਗਤਣਾ ਪਵੇਗਾ। ਉਹ ਕਦੀ ਵੀ ਸਦਾ ਜਿਉਂਦੇ ਨਹੀਂ ਰਹਿ ਸਕਦੇ ਅਤੇ ਨਾ ਹੀ ਉਹ ਆਪਣੇ ਜੀਵਨ ਨੂੰ ਬਣਾਏ ਰੱਖ ਸਕਦੇ ਹਨ। ਵਚਨ 54। ਜੋ ਕੋਈ ਮੇਰਾ ਮਾਂਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਸਦੀਪਕ ਜੀਵਨ ਉਸੇ ਦਾ ਹੈ। ਬਾਈਬਲ ਦੁਆਰਾ ਕੀ ਅਸੀਂ ਇਸ ਦਾ ਜਵਾਬ ਨਹੀਂ ਲੱਭ ਸਕਦੇ ਕਿ ਅਦਨ ਦੇ ਬਾਗ ਵਿੱਚ ਜੀਵਨ ਦੇ ਰੁੱਖ ਦੇ ਦ੍ਰਿਸ਼ਟਾਂਤ ਦੀ ਅਸਲੀਅਤ ਕੀ ਹੈ? ਉਹ ਖੁਦ ਯੀਸ਼ੂ ਮਸੀਹ ਸੀ। ਯਹੂਨਾ ਅਧਿਆਇ 6 ਵਿੱਚ ਸਦੀਪਕ ਜੀਵਨ ਪਾਉਣ ਦੇ ਲਈ ਸਾਨੂੰ ਕਿਸ ਦਾ ਮਾਂਸ ਅਤੇ ਲਹੂ ਖਾਣਾ ਚਾਹੀਦਾ ਹੈ? ਇਹ ਯੀਸ਼ੂ ਦਾ ਮਾਂਸ ਅਤੇ ਲਹੂ ਹੈ। ਵਚਨ 55। ਕਿਉਂਕਿ ਮੇਰਾ ਮਾਂਸ ਸੱਚਮੁੱਚ ਖਾਣ ਦੀ ਅਤੇ ਮੇਰਾ ਲਹੂ ਸੱਚਮੁੱਚ ਪੀਣ ਦੀ ਵਸਤੂ ਹੈ। ਜੋ ਮੇਰਾ ਮਾਂਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਸੋ ਮੇਰੇ ਵਿੱਚ ਰਹਿੰਦਾ ਹੈ ਔਰ ਮੈਂ ਉਸ ਵਿੱਚ। ਜਿਸ ਤਰ੍ਹਾਂ ਜਿਉਂਦੇ ਪਿਤਾ ਨੇ ਮੈਨੂੰ ਭੇਜਿਆ ਅਤੇ ਮੈਂ ਪਿਤਾ ਦੇ ਕਾਰਨ ਜਿਉਂਦਾ ਹਾਂ ਉਸੇ ਤਰ੍ਹਾਂ ਜਿਹੜਾ ਮੈਨੂੰ ਖਾਂਦਾ ਹੈ ਸੋ ਮੇਰੇ ਕਾਰਨ ਜੀਏਗਾ। ਜਿਵੇਂ ਕਿ ਯੀਸ਼ੂ ਨੇ ਕਿਹਾ ਕਿ ਜੋ ਕੋਈ ਉਹਨਾਂ ਦਾ ਮਾਂਸ ਖਾਂਦਾ ਹੈ ਉਹ ਸਦਾ ਜਿਉਂਦਾ ਰਹਿ ਸਕਦਾ ਹੈ। ਅਸੀਂ ਅਦਨ ਦੇ ਬਾਗ ਵਿੱਚ ਜੀਵਨ ਦੇ ਰੁੱਖ ਦੇ ਦ੍ਰਿਸ਼ਟਾਂਤ ਦੁਆਰਾ ਕੀ ਜਾਣ ਸਕਦੇ ਹਾਂ? ਅਸੀਂ ਸਮਝ ਸਕਦੇ ਹਾਂ ਕਿ ਜੀਵਨ ਦੇ ਰੁੱਖ ਦੀ ਅਸਲੀਅਤ ਯੀਸ਼ੂ ਮਸੀਹ ਹੈ। ਫਿਰ ਸਾਨੂੰ ਇਹ ਜਾਣਨਾ ਚਾਹੀਦਾ ਹੈ ਕਿ ਯੀਸ਼ੂ ਦਾ ਮਾਂਸ ਕਿਵੇਂ ਖਾਣਾ ਹੈ। ਅਸੀਂ ਯੀਸ਼ੂ ਦਾ ਮਾਂਸ ਕਿਵੇਂ ਖਾ ਸਕਦੇ ਹਾਂ ਅਤੇ ਉਹਨਾਂ ਦਾ ਲਹੂ ਕਿਵੇਂ ਪੀ ਸਕਦੇ ਹਾਂ? ਪਰਮੇਸ਼ਵਰ ਨੇ ਇੱਕ ਸੱਚ ਨੂੰ ਸਥਾਪਿਤ ਕੀਤਾ ਤਾਂ ਜੋ ਅਸੀਂ ਯੀਸ਼ੂ ਮਸੀਹ ਦਾ ਮਾਂਸ ਖਾ ਸਕੀਏ ਅਤੇ ਉਹਨਾਂ ਦਾ ਲਹੂ ਪੀ ਸਕੀਏ। ਉਹ ਕਿਹੜਾ ਸੱਚ ਹੈ? ਇਹ ਪਸਾ ਹੈ। ਆਓ ਅਸੀਂ ਮੱਤੀ ਅਧਿਆਇ 26 ਵਿੱਚ ਇਸ ਦਾ ਉੱਤਰ ਲੱਭੀਏ। ਮੱਤੀ ਅਧਿਆਇ 26 ਵਚਨ 17। ਪਤੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਚੇਲਿਆਂ ਨੇ ਯੀਸ਼ੂ ਕੋਲ ਆਣ ਕੇ ਆਖਿਆ ਤੂੰ ਕਿੱਥੇ ਚਾਹੁੰਦਾ ਹੈ ਜੋ ਅਸੀਂ ਤੇਰੇ ਖਾਣ ਲਈ ਪਸਾ ਤਿਆਰ ਕਰੀਏ? ਤਾਂ ਉਹਨੇ ਕਿਹਾ ਸ਼ਹਿਰ ਵਿੱਚ ਫਲਾਣੇ ਕੋਲ ਜਾ ਕੇ ਉਹਨੂੰ ਕਹੋ ਭਾਈ ਗੁਰੂ ਆਖਦਾ ਹੈ ਮੇਰਾ ਵੇਲਾ ਨੇੜੇ ਆ ਗਿਆ। ਮੈਂ ਆਪਣੇ ਚੇਲਿਆਂ ਨਾਲ ਤੇਰੇ ਘਰ ਪਸਾ ਦਾ ਤਿਉਹਾਰ ਕਰਾਂਗਾ।
ਚੇਲਿਆਂ ਨੇ ਜਿਸ ਤਰ੍ਹਾਂ ਯੀਸ਼ੂ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ ਉਸੇ ਤਰ੍ਹਾਂ ਕੀਤਾ ਤੇ ਪਸਾ ਤਿਆਰ ਕੀਤੀ। ਆਓ ਅਸੀਂ ਵਚਨ 26 ਵਿੱਚ ਦੇਖੀਏ ਕਿ ਕਿਵੇਂ ਯੀਸ਼ੂ ਨੇ ਪਸਾ ਦਾ ਪਰਬ ਮਨਾਇਆ। ਜਦੋਂ ਖਾ ਰਹੇ ਸਨ ਤਦ ਯੀਸ਼ੂ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਰ ਚੇਲਿਆਂ ਨੂੰ ਦੇ ਕੇ ਆਖਿਆ, ਲੋ ਖਾਓ, ਇਹ ਮੇਰਾ ਸਰੀਰ ਹੈ। ਪਸਾ ਦੀ ਰੋਟੀ ਦੇ ਕੇ ਉਹਨਾਂ ਨੇ ਕਿਹਾ, ਇਹ ਮੇਰਾ ਮਾਂਸ ਹੈ। ਦੂਸਰੇ ਸ਼ਬਦਾਂ ਵਿੱਚ ਉਹਨਾਂ ਨੇ ਆਪਣਾ ਮਾਂਸ ਦਿੱਤਾ। ਫਿਰ ਉਹਨੇ ਪਿਆਲਾ ਲੈ ਕੇ ਸ਼ੁਕਰ ਕੀਤਾ ਕਿ ਪਿਆਲੇ ਦੇ ਅੰਦਰ ਪਸਾ ਦਾ ਦਾਖਰਸ ਨਹੀਂ ਸੀ। ਫਿਰ ਉਸਨੇ ਪਿਆਲਾ ਦੇ ਕੇ ਧੰਨਵਾਦ ਕੀਤਾ ਜਿਸ ਵਿੱਚ ਦਾਖਰਸ ਸੀ ਅਤੇ ਉਹਨਾਂ ਨੂੰ ਦੇ ਕੇ ਆਖਿਆ, ਤੁਸੀਂ ਸਾਰੇ ਇਸ ਵਿੱਚੋਂ ਪੀਓ, ਕਿਉਂ ਜੋ ਨੇਮ ਦਾ ਇਹ ਮੇਰਾ ਉਹ ਲਹੂ ਹੈ ਜਿਹੜਾ ਬਹੁਤਿਆਂ ਦੀ ਖਾਤਰ ਪਾਪਾਂ ਦੀ ਮਾਫੀ ਦੇ ਲਈ ਵਹਾਇਆ ਜਾਂਦਾ ਹੈ। ਜਦੋਂ ਅਸੀਂ ਪਸਾ ਦੀ ਰੋਟੀ ਖਾਂਦੇ ਹਾਂ ਅਤੇ ਪਸਾ ਦਾ ਦਾਖਰਸ ਪੀਂਦੇ ਹਾਂ ਤਦ ਅਸੀਂ ਅਦਨ ਦੇ ਬਾਗ ਵਿੱਚ ਜੀਵਨ ਦੇ ਰੁੱਖ ਵਿੱਚੋਂ ਖਾਂਦੇ ਹਾਂ। ਭੋਜਨ ਕਿੰਨਾ ਵੀ ਚੰਗਾ ਅਤੇ ਵਧੀਆ ਕਿਉਂ ਨਾ ਹੋਵੇ, ਕੋਈ ਭੋਜਨ ਮਨੁੱਖ ਜਾਤੀ ਨੂੰ ਸਦੀਪਕ ਜੀਵਨ ਨਹੀਂ ਦੇ ਸਕਦਾ। ਪਰ ਯੀਸ਼ੂ ਨੇ ਸਾਨੂੰ ਸਿਖਾਇਆ ਕਿ ਜੋ ਕੋਈ ਵੀ ਉਹਨਾਂ ਦਾ ਮਾਂਸ ਅਤੇ ਲਹੂ ਲੈਂਦਾ ਹੈ ਉਹ ਭਲੇ ਅਤੇ ਬੁਰੇ ਦੇ ਗਿਆਨ ਦੇ ਰੁੱਖ ਦਾ ਫਲ ਖਾਣ ਦੇ ਪਾਪ ਤੋਂ ਮੁਕਤ ਹੋ ਸਕਦਾ ਹੈ ਅਤੇ ਸਦਾ ਦਾ ਜੀਵਨ ਵੀ ਪ੍ਰਾਪਤ ਕਰ ਸਕਦਾ ਹੈ। ਪਾਪਾਂ ਦੀ ਮਾਫੀ ਦੇ ਬਿਨਾਂ ਕੀ ਕੋਈ ਜੀਵਨ ਦੇ ਰੁੱਖ ਵਿੱਚੋਂ ਖਾ ਸਕਦਾ ਹੈ? ਕੋਈ ਨਹੀਂ। ਇਹੀ ਕਾਰਨ ਹੈ ਕਿ ਪਰਮੇਸ਼ਵਰ ਨੇ ਪਸਾ ਦੇ ਅੰਦਰ ਸਦੀਪਕ ਜੀਵਨ ਦੇ ਨਾਲ ਪਾਪਾਂ ਦੀ ਮਾਫੀ ਦਾ ਆਸ਼ੀਰਵਾਦ ਰੱਖਿਆ। ਇਹ ਅਸਲ ਵਿੱਚ ਬਦਕਿਸਮਤੀ ਹੈ ਕਿ ਅੱਜ ਕੱਲ ਚਰਚ ਜੀਵਨ ਦਾ ਸੱਚ ਨਹੀਂ ਮਨਾਉਂਦੇ। ਹੁਣ ਅਦਨ ਦੇ ਬਾਗ ਦੇ ਭੇਦ ਦੁਆਰਾ ਆਓ ਅਸੀਂ ਸਾਡੇ ਮੁਕਤੀਦਾਤਾ ਬਾਰੇ ਅਧਿਐਨ ਕਰੀਏ ਜੋ ਪਵਿੱਤਰ ਆਤਮਾ ਦੇ ਯੁੱਗ ਵਿੱਚ ਪ੍ਰਗਟ ਹੋਣਗੇ। ਆਓ ਅਸੀਂ ਯਹੂਨਾ ਅਧਿਆਇ 10 ਤੇ ਜਾਈਏ। ਯਹੂਨਾ ਅਧਿਆਇ 10 ਵਚਨ 10, ਚੋਰ ਨਹੀਂ ਆਉਂਦਾ ਪਰ ਇਸ ਲਈ ਜੋ ਚੁਰਾਵੇ ਅਰ ਵੱਡੇ ਅਤੇ ਨਾਸ ਕਰੇ। ਮੈਂ ਇਸ ਲਈ ਆਇਆ ਭਾਈ ਉਹਨਾਂ ਨੂੰ ਜਿਉਣ ਮਿਲੇ ਸਗੋਂ ਚੋਖਾ ਮਿਲੇ। 2000 ਸਾਲ ਪਹਿਲਾਂ ਯੀਸ਼ੂ ਧਰਤੀ ਤੇ ਆਏ ਤਾਂ ਜੋ ਉਹਨਾਂ ਦੀਆਂ ਭੇਡਾਂ ਜੀਵਨ ਪਾ ਸਕਣ। ਮਨੁੱਖ ਜਾਤੀ ਨੂੰ ਜੀਵਨ ਦੇਣ ਦੇ ਲਈ ਜੋ ਭਲੇ ਅਤੇ ਬੁਰੇ ਦੇ ਗਿਆਨ ਦੇ ਰੁੱਖ ਵਿੱਚੋਂ ਖਾਣ ਦੇ ਕਰਕੇ ਮਰਨ ਦੇ ਲਈ ਨਿਯੁਕਤ ਸੀ, ਯੀਸ਼ੂ ਮਸੀਹ ਨੂੰ ਆਪਣੇ ਨਾਲ ਜੀਵਨ ਦਾ ਰੁੱਖ ਲਿਆਉਣਾ ਚਾਹੀਦਾ ਸੀ। ਜੇਕਰ ਉਹ ਜੀਵਨ ਦੇ ਰੁੱਖ ਨੂੰ ਨਹੀਂ ਲਿਆਉਂਦੇ ਤਦ ਮਨੁੱਖ ਜਾਤੀ ਸਦੀਪਕ ਜੀਵਨ ਪ੍ਰਾਪਤ ਨਹੀਂ ਕਰ ਸਕਦੀ ਸੀ। ਜੀਵਨ ਪ੍ਰਾਪਤ ਕਰਨ ਦਾ ਇੱਕੋ ਇੱਕ ਰਾਹ ਜੀਵਨ ਦੇ ਰੁੱਖ ਵਿੱਚੋਂ ਖਾਣਾ ਹੈ। ਉਹ ਸੱਚ ਕੀ ਹੈ ਜੋ ਸਾਨੂੰ ਜੀਵਨ ਦੇ ਰੁੱਖ ਵਿੱਚੋਂ ਖਾਣ ਦੀ ਇਜਾਜ਼ਤ ਦਿੰਦਾ ਹੈ? 2000 ਸਾਲ ਪਹਿਲਾਂ ਯੀਸ਼ੂ ਨੇ ਨਵੇਂ ਨੇਮ ਦੇ ਪਸਾ ਦਾ ਸੱਚ ਦਿੱਤਾ ਸੀ। ਪਰ ਯੀਸ਼ੂ ਦੇ ਸਵਰਗ ਜਾਣ ਤੋਂ ਬਾਅਦ ਪਰਮੇਸ਼ਵਰ ਦੇ ਨਿਯੁਕਤ ਸਮੇਂ ਅਤੇ ਵਿਵਸਥਾ ਨੂੰ ਬਦਲ ਦਿੱਤਾ ਗਿਆ ਸੀ ਅਤੇ ਸਿਯੋਨ ਜਿੱਥੇ ਪਰਬ ਮਨਾਏ ਜਾਂਦੇ ਹਨ ਨਸ਼ਟ ਹੋ ਗਿਆ ਸੀ। ਇਸ ਤਰ੍ਹਾਂ ਹਨੇਰੇ ਭਰੇ ਯੁੱਗ ਦੀ ਸ਼ੁਰੂਆਤ ਹੋਈ। ਆਓ ਅਸੀਂ ਇਬਰਾਨੀਆਂ ਅਧਿਆਇ 9 ਵਚਨ 27 ਤੇ ਇੱਕ ਨਜ਼ਰ ਪਾਈਏ। ਇਬਰਾਨੀਆਂ ਅਧਿਆਇ 9 ਵਚਨ 27, ਇਸ ਕਾਰਨ ਕਰਕੇ ਪਰਮੇਸ਼ਵਰ ਨੂੰ ਦੂਸਰੀ ਵਾਰ ਧਰਤੀ ਤੇ ਆਉਣਾ ਪਿਆ। ਵਚਨ 27, ਅਤੇ ਜਿਵੇਂ ਮਨੁੱਖਾਂ ਲਈ ਇੱਕ ਵਾਰ ਮਰਨਾ ਠਹਿਰਾਇਆ ਹੋਇਆ ਹੈ ਅਤੇ ਉਹਦੇ ਪਿੱਛੋਂ ਨਿਆਂ ਹੁੰਦਾ ਹੈ, ਤਿਵੇਂ ਮਸੀਹ ਵੀ ਬਾਲਿਆਂ ਦੇ ਪਾਪਾਂ ਨੂੰ ਚੁੱਕਣ ਲਈ ਇੱਕੋ ਹੀ ਵਾਰ ਚੜਾਇਆ ਗਿਆ। ਜਦੋਂ ਯੀਸ਼ੂ ਮਸੀਹ 2000 ਸਾਲ ਪਹਿਲਾਂ ਆਏ ਤਦ ਉਹ ਸਾਡੇ ਪਾਪਾਂ ਦਾ ਪ੍ਰਾਇਸ਼ਚਿਤ ਕਰਨ ਦੇ ਲਈ ਬਲੀਦਾਨ ਹੋਏ। ਉਹਨਾਂ ਦੇ ਦੂਸਰੀ ਵਾਰ ਆਉਣ ਬਾਰੇ ਕੀ ਅਤੇ ਉਹਨਾਂ ਉੱਤੇ ਜਿਹੜੇ ਉਹਨੂੰ ਉਡੀਕਦੇ ਹਨ ਪਾਪ ਦੇ ਕੰਮ ਤੋਂ ਅੱਡ ਹੋ ਕੇ ਮੁਕਤੀ ਲਈ ਦੂਈ ਵਾਰ ਪ੍ਰਗਟ ਹੋਵੇਗਾ। ਦੂਸਰੀ ਵਾਰ ਆਉਣ ਵਾਲੇ ਮਸੀਹ ਨੂੰ ਅਦਨ ਦੇ ਬਾਗ ਵਿੱਚੋਂ ਕੀ ਲਿਆਉਣਾ ਚਾਹੀਦਾ ਹੈ? ਉਹਨਾਂ ਨੂੰ ਜੀਵਨ ਦਾ ਰੁੱਖ ਲਿਆਉਣਾ ਚਾਹੀਦਾ ਹੈ। ਪਰਮੇਸ਼ਵਰ ਦੇ ਇਲਾਵਾ ਕੋਈ ਵੀ ਜੀਵਨ ਦਾ ਰੁੱਖ ਨਹੀਂ ਲਿਆ ਸਕਦਾ। ਇਸ ਤਰ੍ਹਾਂ ਇਸ ਲਈ ਹੈ ਕਿਉਂਕਿ ਸਿਰਫ ਪਰਮੇਸ਼ਵਰ ਦੇ ਕੋਲ ਜੀਵਨ ਦੇ ਰੁੱਖ ਦਾ ਰਾਹ ਖੋਲਣ ਦਾ ਅਧਿਕਾਰ ਹੈ। ਜੇਕਰ ਪਰਮੇਸ਼ਵਰ ਨੇ ਰਾਹ ਬੰਦ ਕੀਤਾ ਤਦ ਸਿਰਫ ਕੌਣ ਉਸ ਨੂੰ ਖੋਲ ਸਕਦਾ ਹੈ? ਸਿਰਫ ਪਰਮੇਸ਼ਵਰ ਹੀ ਰਾਹ ਖੋਲ ਸਕਦੇ ਹਨ। ਜਦੋਂ ਮਸੀਹ ਦੂਸਰੀ ਵਾਰ ਮਨੁੱਖ ਜਾਤੀ ਨੂੰ ਮੁਕਤੀ ਦੇਣ ਲਈ ਪ੍ਰਗਟ ਹੁੰਦੇ ਹਨ ਤਦ ਉਹਨਾਂ ਨੂੰ ਸਾਡੇ ਲਈ ਕਿਹੜਾ ਸੱਚ ਲਿਆਉਣਾ ਚਾਹੀਦਾ ਹੈ? ਜੇਕਰ ਕੋਈ ਹੈ ਜੋ ਸਦੀਪਕ ਜੀਵਨ ਵਿੱਚ ਸਾਡੀ ਅਗਵਾਈ ਕਰਦੇ ਹੋਏ ਮਨੁੱਖ ਜਾਤੀ ਦੇ ਲਈ ਨਵਾਂ ਨੇਮ ਪਸਾ ਦੇ ਸੱਚ ਦੀ ਘੋਸ਼ਣਾ ਕਰਦਾ ਹੈ ਤਦ ਉਹ ਕੌਣ ਹੈ? ਉਹ ਦੂਸਰੀ ਵਾਰ ਆਉਣ ਵਾਲੇ ਮਸੀਹ ਹੋਣੇ ਚਾਹੀਦੇ ਹਨ ਜੋ ਸਾਨੂੰ ਬਚਾਉਣ ਦੇ ਲਈ ਆਏ ਹਨ।
ਉਹ ਸਾਡੇ ਪਰਮੇਸ਼ਰ ਹੋਣੇ ਚਾਹੀਦੇ ਹਨ ਜੋ ਪਵਿੱਤਰ ਆਤਮਾ ਦੇ ਯੁੱਗ ਵਿੱਚ ਮਨੁੱਖ ਜਾਤੀ ਨੂੰ ਬਚਾਉਣ ਦੇ ਲਈ ਪ੍ਰਗਟ ਹੋਏ ਹਨ। ਇਹ ਉਹੀ ਹੈ ਜੋ ਪ੍ਰਕਾਸ਼ ਦੀ ਪੋਥੀ ਅਧਿਆਇ 3 ਵਚਨ 12 ਵਿੱਚ ਨਵੇਂ ਨਾਮ ਦੇ ਨਾਲ ਪ੍ਰਗਟ ਹੁੰਦੇ ਹਨ। ਇਹ ਸਿਰਫ ਇਬਰਾਨੀਆਂ ਦੀ ਕਿਤਾਬ ਵਿੱਚ ਦਰਜ ਨਹੀਂ ਹੈ, ਪਰ ਨਬੀ ਯਸ਼ਾਇਆ ਨੇ ਵੀ ਲਗਭਗ 2700 ਸਾਲ ਪਹਿਲਾਂ ਇਸ ਮਾਮਲੇ ਬਾਰੇ ਗੱਲ ਕੀਤੀ ਸੀ। ਯਸ਼ਾਇਆ ਅਧਿਆਇ 25 ਵਚਨ 6, ਇਸੇ ਪਹਾੜ ਤੇ ਸੈਨਾ ਦਾ ਯਹੋਵਾ ਸਾਰਿਆਂ ਲੋਕਾਂ ਲਈ ਮੋਟੀਆਂ ਵਸਤਾਂ ਦਾ ਦਾਉਦ ਕਰੇਗਾ। ਪੁਰਾਣੀਆਂ ਮਦਾਂ ਦੀ ਦਾਉਦ, ਗੁੱਦੇ ਸਣੇ ਮੋਟੀਆਂ ਵਸਤਾਂ, ਛਾਣੀਆਂ ਹੋਈਆਂ ਪੁਰਾਣੀਆਂ ਮਦਾਂ। ਪੁਰਾਣੀ ਮੱਧ ਦਾ ਅਰਥ ਕੀ ਹੈ? ਯੀਸ਼ੂ ਦੇ ਸਵਰਗ ਜਾਣ ਤੋਂ ਬਾਅਦ 325 ਈਸਵੀ ਵਿੱਚ ਨਿਕਿਆ ਦੀ ਪ੍ਰੀਸ਼ਦ ਦੁਆਰਾ ਪਸਾ ਮਿਟਾ ਦਿੱਤਾ ਗਿਆ ਸੀ। 1600 ਸਾਲ ਦਾ ਲੰਬਾ ਸਮਾਂ ਬੀਤ ਜਾਣ ਦੇ ਬਾਅਦ ਆਖਰਕਾਰ ਉਹ ਇਸ ਯੁੱਗ ਵਿੱਚ ਦੁਬਾਰਾ ਸਥਾਪਿਤ ਕੀਤਾ ਗਿਆ। ਇਸ ਕਰਕੇ ਬਾਈਬਲ ਇਸ ਨੂੰ ਪੁਰਾਣੀਆਂ ਮਦਾਂ ਕਹਿੰਦੀ ਹੈ। ਵਚਨ 7, ਅਤੇ ਇਸ ਪਹਾੜ ਤੇ ਉਸ ਪਰਦੇ ਨੂੰ ਜਫ ਲਵੇਗਾ, ਉਸ ਪਰਦੇ ਨੂੰ ਜਿਹੜਾ ਸਾਰਿਆਂ ਲੋਕਾਂ ਦੇ ਉੱਤੇ ਹੈ, ਨਾਲੇ ਉਸ ਕੱਜਰ ਨੂੰ ਜਿਹੜਾ ਸਾਰੀਆਂ ਕੌਮਾਂ ਉੱਤੇ ਲਟਕਦਾ ਹੈ, ਉਹ ਮੌਤ ਨੂੰ ਸਦਾ ਲਈ ਜਫ ਲਵੇਗਾ। ਦੂਸਰੇ ਸ਼ਬਦਾਂ ਵਿੱਚ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਸਾਨੂੰ ਸਦੀਪਕ ਜੀਵਨ ਦੇਣਗੇ। ਪਸਾ ਇੱਕੋ ਇੱਕ ਸੱਚ ਹੈ ਜੋ ਦਾਖਰਸ ਦੁਆਰਾ ਮੌਤ ਦਾ ਸਦਾ ਦੇ ਲਈ ਨਾਸ਼ ਕਰਨ ਦਾ ਵਾਅਦਾ ਕਰਦਾ ਹੈ। ਫਿਰ ਤੋਂ ਵਚਨ 8 ਦੇਖੀਏ, ਉਹ ਮੌਤ ਨੂੰ ਸਦਾ ਲਈ ਜਫ ਲਵੇਗਾ ਅਤੇ ਪ੍ਰਭੂ ਯਹੋਵਾ ਸਾਰਿਆਂ ਮੂੰਹਾਂ ਤੋਂ ਹੰਝੂ ਪੂੰਝ ਸੁੱਟੇਗਾ ਅਤੇ ਆਪਣੀ ਪ੍ਰਜਾ ਦੀ ਬਦਨਾਮੀ ਨੂੰ ਸਾਰੀ ਧਰਤੀ ਦੇ ਉੱਤੋਂ ਦੂਰ ਕਰ ਦੇਵੇਗਾ, ਕਿਉਂਕਿ ਇਹ ਯਹੋਵਾ ਦਾ ਬੋਲ ਹੈ। ਉਸ ਦਿਨ ਆਖਿਆ ਜਾਵੇਗਾ, ਉਹ ਕੌਣ ਹੈ ਜੋ ਦਾਖਰਸ ਦੁਆਰਾ ਮੌਤ ਦਾ ਸਦਾ ਦੇ ਲਈ ਨਾਸ਼ ਕਰਨਗੇ? ਵੇਖੋ, ਇਹ ਸਾਡਾ ਪਰਮੇਸ਼ਵਰ ਹੈ। ਅਸੀਂ ਉਹਨੂੰ ਉਡੀਕਦੇ ਸਾਂ ਅਤੇ ਉਹ ਸਾਨੂੰ ਬਚਾਵੇਗਾ। ਇਹ ਯਹੋਵਾ ਹੈ, ਅਸੀਂ ਉਹਦੀ ਉਡੀਕਦੇ ਸਾਂ। ਅਸੀਂ ਆਪਣੀ ਮੁਕਤੀ ਕਿਸੇ ਹੋਰ ਨੂੰ ਨਹੀਂ ਸੌਂਪ ਸਕਦੇ। ਉਹ ਇੱਕੋ ਇੱਕ ਜੋ ਸਾਨੂੰ ਭਲੇ ਅਤੇ ਬੁਰੇ ਦੇ ਗਿਆਨ ਦੇ ਰੁੱਖ ਵਿੱਚੋਂ ਖਾਣ ਦੇ ਪਾਪ ਕਰਕੇ ਛੁਟਕਾਰਾ ਦਿਲਾਉਂਦੇ ਹਨ ਅਤੇ ਸਾਨੂੰ ਪਸਾ ਦੀ ਪੁਰਾਣੀ ਮੱਧ ਦੁਆਰਾ ਜੀਵਨ ਦੇ ਰੁੱਖ ਵਿੱਚੋਂ ਖਾਣ ਦੇ ਲਈ ਅਗਵਾਈ ਕਰਦੇ ਹਨ। ਜੋ ਜੀਵਨ ਦੇਣ ਵਾਲਾ ਸੱਚ ਹੈ, ਉਹ ਸਾਡੇ ਪਰਮੇਸ਼ਵਰ ਹਨ। ਅਸੀਂ ਉਹਨੂੰ ਉਡੀਕਦੇ ਸਾਂ ਅਤੇ ਉਹ ਸਾਨੂੰ ਬਚਾਵੇਗਾ। ਬਾਈਬਲ ਦੀਆਂ ਸਾਰੀਆਂ ਭਵਿੱਖਬਾਣੀਆਂ ਦੇ ਅਨੁਸਾਰ ਸਾਡੇ ਲਈ ਨਵੇਂ ਨੇਮ ਦਾ ਪਸਾ ਕੌਣ ਲੈ ਕੇ ਆਏ? ਕਿਸ ਨੇ ਸਾਨੂੰ ਭਲੇ ਅਤੇ ਬੁਰੇ ਦੇ ਗਿਆਨ ਦੇ ਰੁੱਖ ਦੇ ਪਾਪ ਤੋਂ ਮੁਕਤ ਕੀਤਾ ਅਤੇ ਸਵਰਗ ਦਾ ਰਾਹ ਖੋਲ ਕੇ ਸਾਨੂੰ ਸਦੀਪਕ ਜੀਵਨ ਪ੍ਰਦਾਨ ਕੀਤਾ? ਬਾਈਬਲ ਅਤੇ ਸਾਰੇ ਨਬੀਆਂ ਦੀ ਸਾਖੀ ਦੇ ਅਨੁਸਾਰ ਪਵਿੱਤਰ ਆਤਮਾ ਦੇ ਯੁੱਗ ਵਿੱਚ ਮਸੀਹ ਅਨਸੰਗੋਂਗ ਜੀ ਕੌਣ ਹਨ? ਉਹ ਸਾਡੇ ਪਰਮੇਸ਼ਵਰ ਅਤੇ ਮੁਕਤੀ ਦਾਤਾ ਹਨ। ਉਹ ਸਾਡੇ ਪਰਮੇਸ਼ਵਰ ਹਨ ਜੋ ਦੂਸਰੀ ਵਾਰ ਧਰਤੀ ਤੇ ਆਏ। ਸੰਸਾਰ ਵਿੱਚ ਲੋਕ ਕਹਿੰਦੇ ਹਨ, ਜੇਕਰ ਇਹ ਜੋ ਰੋਟੀ ਅਤੇ ਦਾਖਰਸ ਲਿਆਇਆ ਪਰਮੇਸ਼ਵਰ ਹੈ, ਤਦ ਕੀ ਮੈਂ ਵੀ ਪਰਮੇਸ਼ਵਰ ਨਹੀਂ ਹੋ ਸਕਦਾ ਜੇਕਰ ਮੈਂ ਫਸਲ ਲਿਆਉਂਦਾ? ਪਿਤਾ ਅਨਸੌਂਗ ਜੀ ਦੇ ਭਵਿੱਖਬਾਣੀ ਨੂੰ ਪੂਰਾ ਕਰਨ ਤੋਂ ਪਹਿਲਾਂ ਕੀ ਕੋਈ ਸੀ ਜੋ ਫਸਲ ਲਿਆਇਆ? ਭਾਵੇਂ ਹੀ ਇਹ ਸਪਸ਼ਟ ਰੂਪ ਨਾਲ ਬਾਈਬਲ ਦੀਆਂ 6 ਕਿਤਾਬਾਂ ਵਿੱਚ ਦਰਜ ਹੈ ਕਿ ਯੀਸ਼ੂ ਨੇ ਖੁਦ ਪਸਾ ਮਨਾਇਆ ਅਤੇ ਨਾਲ ਹੀ ਪਤਰਸ, ਪੌਲੁਸ ਅਤੇ ਯਹੂਨਾ ਨੇ ਵੀ ਇਸ ਨੂੰ ਮਨਾਇਆ। ਪਰ ਕੀ ਕਾਰਨ ਹੈ ਕਿ ਇਹਨਾਂ ਦਿਨਾਂ ਵਿੱਚ ਲੋਕ ਇਸ ਨੂੰ ਨਹੀਂ ਮਨਾਉਂਦੇ? ਉਹ ਇਸ ਨੂੰ ਕਿਉਂ ਨਹੀਂ ਮਨਾ ਸਕਦੇ? ਕਈ ਪ੍ਰਸਿੱਧ ਧਰਮ ਸ਼ਾਸਤਰੀ ਅਤੇ ਪਾਦਰੀ ਹਨ, ਪਰ ਉਹ ਪਸਾ ਦੇ ਸੱਚ ਨੂੰ ਕਿਉਂ ਨਹੀਂ ਲਿਆ ਸਕੇ? ਇਸ ਤਰ੍ਹਾਂ ਇਸ ਲਈ ਹੈ ਕਿਉਂਕਿ ਉਹ ਪਰਮੇਸ਼ਵਰ ਨਹੀਂ ਹਨ। ਸਿਰਫ ਕੌਣ ਇਸ ਕੰਮ ਨੂੰ ਕਰ ਸਕਦਾ ਹੈ? ਕਿਉਂਕਿ ਪਰਮੇਸ਼ਵਰ ਨੇ ਜੀਵਨ ਦੇ ਰੁੱਖ ਦੇ ਰਾਹ ਨੂੰ ਬੰਦ ਕੀਤਾ ਸੀ, ਇਸ ਲਈ ਉਹ ਜੋ ਰਾਹ ਨੂੰ ਖੋਲ ਸਕਦੇ ਹਨ ਸਿਰਫ ਇਕੱਲੇ ਪਰਮੇਸ਼ਵਰ ਹਨ। ਆਪਣੇ ਪਹਿਲੀ ਵਾਰ ਆਉਣ ਤੇ ਯੀਸ਼ੂ ਨੇ ਨਵੇਂ ਨੇਮ ਦਾ ਪਸਾ ਦਾ ਸੱਚ ਦਿੱਤਾ ਸੀ। ਜੇਕਰ ਪਰਮੇਸ਼ਵਰ ਦੂਸਰੀ ਵਾਰ ਧਰਤੀ ਤੇ ਨਹੀਂ ਆਉਂਦੇ, ਤਦ ਸੱਚ ਅਤੇ ਨਿਯਮਾਂ ਨੂੰ ਜਿਸ ਨੂੰ ਰੋਂਦਿਆ ਗਿਆ ਸੀ ਕਿਸੇ ਹੋਰ ਦੇ ਦੁਆਰਾ ਸ਼ੁਰੂ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਪਰਮੇਸ਼ਵਰ ਸਰੀਰ ਵਿੱਚ ਆਏ ਅਤੇ ਸਾਡੇ ਨਾਲ ਰਹੇ ਤਾਂ ਜੋ ਉਹ ਸਾਡੇ ਲਈ ਰਾਹ ਖੋਲ ਸਕਣ ਅਤੇ ਪਸਾ ਦੇ ਸੱਚ ਦੀ ਘੋਸ਼ਣਾ ਕਰ ਸਕਣ। ਸਾਰੇ ਲੋਕੋ, ਜਿਵੇਂ ਯਸ਼ਾਇਆ ਅਧਿਆਇ 25 ਅਤੇ ਇਬਰਾਨੀ ਅਧਿਆਇ 9 ਵਿੱਚ ਜ਼ਿਕਰ ਕੀਤਾ ਗਿਆ ਹੈ, ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਮਸੀਹ ਨੂੰ ਉਹਨਾਂ ਲੋਕਾਂ ਦੀ ਮੁਕਤੀ ਲਈ ਦੂਸਰੀ ਵਾਰ ਆਉਣਾ ਚਾਹੀਦਾ ਹੈ ਜੋ ਉਹਨਾਂ ਨੂੰ ਉਡੀਕਦੇ ਹਨ। ਸਵਰਗੀ ਪਿਤਾ ਮਸੀਹ ਅਨਸੌਂਗ ਜੀ ਅਦਨ ਦੇ ਬਾਗ ਵਿੱਚ ਜੀਵਨ ਦੇ ਰੁੱਖ ਦੀ ਅਸਲੀਅਤ ਦੇ ਰੂਪ ਵਿੱਚ ਧਰਤੀ ਤੇ ਆਏ ਅਤੇ ਸਾਡੀ ਸਵਰਗੀ ਮਾਤਾ ਭਵਿੱਖਬਾਣੀ ਦੇ ਅਨੁਸਾਰ ਲੇਲੇ ਦੀ ਲਾੜੀ ਦੇ ਰੂਪ ਵਿੱਚ ਧਰਤੀ ਤੇ ਆਏ
ਇਹ ਆਸ ਕਰਦੇ ਹੋਏ ਕਿ ਸਿਯੋਨ ਵਿੱਚ ਸਾਡੇ ਸਾਰੇ ਪਰਿਵਾਰ ਦੇ ਮੈਂਬਰ ਆਪਣੇ ਪੂਰੇ ਦਿਲ ਅਤੇ ਆਤਮਾ ਦੇ ਨਾਲ ਪਿਤਾ ਅਤੇ ਮਾਤਾ ਦੇ ਕੋਲ ਆਉਣਗੇ। ਮੈਂ ਅੱਜ ਦੇ ਉਪਦੇਸ਼ ਨੂੰ ਖਤਮ ਕਰਨਾ ਚਾਹੁੰਦਾ। ਤੁਹਾਡਾ ਬਹੁਤ ਬਹੁਤ ਧੰਨਵਾਦ।